ਸਤਿ ਸ਼੍ਰੀ ਅਕਾਲ ਮੂਵੀਜ਼ ਜੂਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ 247F ਨਾਮ ਦੀ ਇੱਕ ਫਿਲਮ ਦੀ ਵਿਆਖਿਆ ਕਰ ਰਹੀ ਹਾਂ। ਫਿਲਮ ਦੀ ਸ਼ੁਰੂਆਤ ਜੇਨਾ ਅਤੇ ਉਸਦੇ ਬॉयਫ੍ਰੈਂਡ ਦੇ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਘਰ ਵਾਪਸ ਆਉਣ ਨਾਲ ਹੁੰਦੀ ਹੈ। ਹਾਲਾਂਕਿ ਰਸਤੇ ਵਿੱਚ ਉਹ ਇੱਕ ਜਾਨਲੇਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਜੇਨਾ ਦੇ ਸੱਟਾਂ ਲੱਗਦੀਆਂ ਹਨ ਪਰ ਉਹ ਬਚ ਜਾਂਦੀ ਹੈ। ਉਸਦਾ ਬॉयਫ੍ਰੈਂਡ ਇੰਨਾ ਖੁਸ਼ਕਿਸਮਤ ਨਹੀਂ ਸੀ, ਉਸਦੀ ਮੌਕੇ ਤੇ ਹੀ ਮੌਤ ਹੋ ਗਈ। 3 ਸਾਲ ਬਾਅਦ ਜੇਨਾ ਅਜੇ ਵੀ ਉਸਦੀ ਮੌਤ ਤੋਂ ਉਭਰ ਰਹੀ ਹੈ। ਉਸਨੇ ਕਿਸੇ ਨੂੰ ਡੇਟ ਨਹੀਂ ਕੀਤਾ, ਡਰਦੇ ਹੋਏ ਕਿ ਉਹ ਉਸਨੂੰ ਦੁਬਾਰਾ ਗਵਾ ਦੇਵੇਗੀ। ਇੱਕ ਦਿਨ ਜੇਨਾ ਦੀ ਬਚਪਨ ਦੀ ਸਭ ਤੋਂ ਚੰਗੀ ਦੋਸਤ ਰੇਨੀ ਨੇ ਉਸਨੂੰ ਝੀਲ ਦੇ ਕਿਨਾਰੇ ਇੱਕ ਕੈਬਿਨ ਵਿੱਚ ਸਮਾਂ ਬਿਤਾਉਣ ਲਈ ਸੱਦਾ ਦਿੱਤਾ। ਉਹ ਸੱਦਾ ਸਵੀਕਾਰ ਕਰਦੀ ਹੈ ਅਤੇ ਰੇਨੀ ਅਤੇ ਉਸਦੇ ਬॉयਫ੍ਰੈਂਡ ਮਾਈਕਲ ਦੇ ਨਾਲ ਇੱਕ ਸਪੀਡਬੋਟ ਤੇ ਕੈਬਿਨ ਵੱਲ ਜਾਂਦੀ ਹੈ। ਮਾਈਕਲ ਦਾ ਦੋਸਤ ਇਆਨ ਵੀ ਉਹਨਾਂ ਨਾਲ ਸ਼ਾਮਲ ਹੁੰਦਾ ਹੈ, ਜਿਸ ਦਾ ਚਾਚਾ ਕੈਬਿਨ ਦਾ ਮਾਲਕ ਹੈ। ਇਹ ਜਲਦੀ ਹੀ ਸਪਸ਼ਟ ਹੋ ਜਾਂਦਾ ਹੈ ਕਿ ਮਾਈਕਲ ਦੂਸਰਿਆਂ ਦੀ ਭਾਵਨਾਵਾਂ ਨਾਲ ਖੇਡਣ ਵਾਲਾ ਅਤੇ ਬੇਪਰਵਾਹ ਸੁਭਾਅ ਦਾ ਹੈ, ਕਿਉਂਕਿ ਉਹ ਰਸਤੇ ਵਿੱਚ ਕੁੜੀਆਂ ਦਾ ਮਨੋਰੰਜਨ ਕਰਦਾ ਹੈ। 1 ਘੰਟੇ ਬਾਅਦ ਸਾਰੇ ਦੋਸਤ ਕੈਬਿਨ ਵਿੱਚ ਪਹੁੰਚਦੇ ਹਨ ਅਤੇ ਇਆਨ ਦੇ ਚਾਚੇ ਵੇਡ ਨੂੰ ਮਿਲਦੇ ਹਨ। ਚਾਚੇ ਨੇ ਉਹਨਾਂ ਦੇ ਸਵਾਗਤ ਵਿੱਚ ਇੱਕ ਡਰਿੰਕ ਮੰਗਾਈ। ਹਰ ਕੋਈ ਇਸ ਨੂੰ ਇੱਕ ਘੁੱਟ ਵਿੱਚ ਪੀ ਲੈਂਦਾ ਹੈ, ਪਰ ਜੇਨਾ ਨਿਮਰਤਾ ਨਾਲ ਇਨਕਾਰ ਕਰਦੀ ਹੈ ਅਤੇ ਉਸਦੀ ਦਵਾਈ ਲੈਣ ਲਈ ਅੰਦਰ ਜਾਂਦੀ ਹੈ। ਹਾਲਾਂਕਿ ਇੱਕ ਸੰਖੇਪ ਚਿੰਤਨ ਤੋਂ ਬਾਅਦ ਉਹ ਕੋਈ ਵੀ ਗੋਲੀਆਂ ਲੈਣ ਦੇ ਵਿਰੁੱਧ ਫੈਸਲਾ ਕਰਦੀ ਹੈ, ਕਿਉਂਕਿ ਇਹ ਉਸਨੂੰ ਚੱਕਰ ਲਿਆਂਦੀ ਹੈ ਅਤੇ ਦੂਜਿਆਂ ਤੇ ਨਿਰਭਰ ਕਰਦੀ ਹੈ। ਉਸ ਰਾਤ ਖਾਣੇ ਦੇ ਦੌਰਾਨ ਵੇਡ ਸਾਰਿਆਂ ਨੂੰ ਇੱਕ ਸਥਾਨਕ ਤਿਉਹਾਰ ਬਾਰੇ ਦੱਸਦਾ ਹੈ ਅਤੇ ਦੱਸਦਾ ਹੈ ਕਿ ਉਸ ਕੋਲ ਉਹਨਾਂ ਲਈ ਟਿਕਟਾਂ ਹਨ। ਫਿਰ ਉਹ ਇਆਨ ਅਤੇ ਉਸਦੇ ਦੋਸਤਾਂ ਨੂੰ ਉੱਥੇ ਜਾ ਕੇ ਚੰਗਾ ਸਮਾਂ ਬਿਤਾਉਣ ਲਈ ਕਹਿੰਦਾ ਹੈ। ਬਾਅਦ ਵਿੱਚ ਜਦੋਂ ਜੇਨਾ ਵੇਡ ਦੇ ਕੁੱਤੇ ਨਾਲ ਖੇਡਣ ਲਈ ਬਾਹਰ ਜਾਂਦੀ ਹੈ ਤਾਂ ਉਸਨੇ ਵੇਡ ਨੂੰ ਮਾਈਕਲ ਨੂੰ ਕੁਝ ਬੂਟੀ ਦਿੰਦੇ ਹੋਏ ਦੇਖਿਆ। ਜੇਨਾ ਰੇਨੀ ਨਾਲ ਇਸ ਬਾਰੇ ਚਰਚਾ ਕਰਦੀ ਹੈ ਅਤੇ ਰੇਨੀ ਨੇ ਖੁਲਾਸਾ ਕੀਤਾ ਕਿ ਮਾਈਕਲ ਨੂੰ ਸ਼ਰਾਬ ਪੀਣ ਅਤੇ ਸਿਗਰਟ ਪੀਣ ਦੀ ਆਦਤ ਹੈ। ਉਹ ਕਹਿੰਦੀ ਹੈ ਕਿ ਉਸਨੇ ਮਾਈਕਲ ਨੂੰ ਸ਼ਰਾਬ ਛੱਡਣ ਲਈ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ। ਫਿਰ ਰੇਨੀ ਜੇਨਾ ਨੂੰ ਪੁੱਛਦੀ ਹੈ ਕਿ ਕੀ ਉਹ ਚੰਗਾ ਸਮਾਂ ਬਿਤਾ ਰਹੀ ਹੈ ਅਤੇ ਜੇਨਾ ਨੇ ਉਸਨੂੰ ਭਰੋਸਾ ਦਿਵਾਇਆ ਕਿ ਉਹ ਠੀਕ ਹੈ ਅਤੇ ਮਸਤੀ ਕਰ ਰਹੀ ਹੈ। ਇਸ ਦੌਰਾਨ ਵੇਡ ਇਹ ਕਹੇ ਕਿ ਤਿਉਹਾਰ ਲਈ ਜਲਦੀ ਰਵਾਨਾ ਹੋ ਜਾਂਦਾ ਹੈ ਕਿ ਉਸਨੇ ਉੱਥੇ ਆਤਿਸ਼ਬਾਜ਼ੀ ਦਾ ਪ੍ਰਬੰਧ ਕਰਨਾ ਹੈ। ਬਾਕੀ ਸਮੂਹ ਵੀ ਤਿਉਹਾਰ ਲਈ ਨਿਕਲਣ ਦੀ ਤਿਆਰੀ ਕਰਦਾ ਹੈ, ਪਰ ਉਦੋਂ ਹੀ ਮਾਈਕਲ ਨੂੰ ਸਟੀਮ ਬਾਥ ਦਾ ਕਮਰਾ ਮਿਲਦਾ ਹੈ। ਉਹ ਦੂਜਿਆਂ ਨੂੰ ਤਿਉਹਾਰ ਤੇ ਜਾਣ ਤੋਂ ਪਹਿਲਾਂ ਸਟੀਮ ਬਾਥ ਲੈਣ ਲਈ ਮਨਾਉਂਦਾ ਹੈ, ਕਿਉਂਕਿ ਕੈਬਿਨ ਵਿੱਚ ਅਜਿਹੇ ਚੰਗੇ ਮੌਕੇ ਨੂੰ ਹੱਥੋਂ ਨਹੀਂ ਗਵਾਉਣਾ ਚਾਹੁੰਦਾ। ਜੇਨਾ ਇਸ ਗੱਲ ਤੇ ਸਹਿਮਤ ਨਹੀਂ ਹੈ, ਪਰ ਜਦੋਂ ਉਸਦੇ ਦੋਸਤ ਜ਼ੋਰ ਦਿੰਦੇ ਹਨ ਉਹ ਸਹਿਮਤ ਹੋ ਜਾਂਦੀ ਹੈ। ਉਹ ਫਿਰ ਇਸ਼ਨਾਨ ਦੀ ਤਿਆਰੀ ਕਰਨ ਲਈ ਉੱਪਰ ਵੱਲ ਜਾਂਦੀ ਹੈ। ਕਮਰੇ ਵਿੱਚ ਜੇਨਾ ਆਪਣੀ ਗਰਦਨ ਤੋਂ ਆਪਣੇ ਮਰਹੂਮ ਬॉयਫ੍ਰੈਂਡ ਦੀ ਅੰਗੂਠੀ ਨੂੰ ਹਟਾਉਂਦੀ ਹੈ ਅਤੇ ਇਸ ਨੂੰ ਆਪਣੀਆਂ ਦਵਾਈਆਂ ਵਾਲੇ ਡੱਬੇ ਵਿੱਚ ਸੁਰੱਖਿਅਤ ਰੱਖਦੀ ਹੈ। ਬਾਅਦ ਵਿੱਚ ਉਹ ਹੇਠਾਂ ਜਾਂਦੀ ਹੈ ਅਤੇ ਸਟੀਮ ਬਾਥ ਵਾਲੇ ਕਮਰੇ ਦੇ ਅੰਦਰ ਜਾਣ ਤੋਂ ਪਹਿਲਾਂ ਪਾਣੀ ਦੀਆਂ 2 ਬੋਤਲਾਂ ਫੜਦੀ ਹੈ। ਜਿਵੇਂ ਹੀ ਕਮਰਾ ਗਰਮ ਹੁੰਦਾ ਹੈ, ਇਆਨ ਸਾਰਿਆਂ ਨੂੰ ਦੱਸਦਾ ਹੈ ਕਿ ਵੇਡ ਨੇ ਇਹ ਸਟੀਮ ਬਾਥ ਵਾਲਾ ਕਮਰਾ ਆਪਣੇ ਆਪ ਬਣਾਇਆ ਹੈ। ਸਟੀਮ ਬਾਥ ਵਾਲਾ ਕਮਰਾ ਇੱਕ ਇਲੈਕਟ੍ਰਿਕ ਓਵਨ ਵਿੱਚ ਪੱਥਰਾਂ ਨੂੰ ਗਰਮ ਕਰਕੇ ਤਾਪਮਾਨ ਨੂੰ ਲੰਬੇ ਸਮੇਂ ਲਈ ਸਟੋਰ ਕਰਕੇ ਕੰਮ ਕਰਦਾ ਹੈ। ਜਲਦੀ ਹੀ ਹਰ ਕੋਈ ਬਹੁਤ ਜ਼ਿਆਦਾ ਪਸੀਨਾ ਵਹਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਇਆਨ ਨੇ ਡੁਬਕੀ ਲਈ ਝੀਲ ਤੇ ਜਾਣ ਦਾ ਸੁਝਾਅ ਦਿੱਤਾ। ਹਾਲਾਂਕਿ ਜਿਵੇਂ ਹੀ ਉਹ ਠੰਡੇ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ, ਉਹ ਠੰਡ ਮਹਿਸੂਸ ਕਰਦੇ ਹਨ ਅਤੇ ਕੈਬਿਨ ਦੇ ਅੰਦਰ ਵਾਪਸ ਆ ਜਾਂਦੇ ਹਨ। ਮੁੰਡੇ ਫਿਰ ਰਸੋਈ ਵਿੱਚ ਸ਼ਰਾਬ ਪੀਂਦੇ ਹਨ, ਜਦੋਂ ਕਿ ਕੁੜੀਆਂ ਸਟੀਮ ਬਾਥ ਦੇ ਨਿੱਘ ਵਿੱਚ ਵਾਪਸ ਆਉਂਦੀਆਂ ਹਨ। ਜਲਦੀ ਹੀ ਮਾਈਕਲ ਸ਼ਰਾਬ ਪੀ ਕੇ ਟੱਲੀ ਹੋ ਜਾਂਦਾ ਹੈ ਅਤੇ ਉਹ ਇਆਨ ਨਾਲ ਸਟੀਮ ਬਾਥ ਵਾਲੇ ਕਮਰੇ ਵਿੱਚ ਵਾਪਸ ਆ ਜਾਂਦਾ ਹੈ। ਉੱਥੇ ਉਹ ਰੇਨੀ ਨੂੰ ਆਪਣੇ ਨਾਲ ਉਹਨਾਂ ਦੇ ਕਮਰੇ ਵਿੱਚ ਆਉਣ ਲਈ ਕਹਿੰਦਾ ਹੈ, ਪਰ ਰੇਨੀ ਨੇ ਇਨਕਾਰ ਕਰ ਦਿੱਤਾ, ਕਿਉਂਕਿ ਜਦੋਂ ਉਹ ਸ਼ਰਾਬੀ ਹੁੰਦਾ ਹੈ ਤਾਂ ਉਹ ਉਸਦੇ ਆਲੇ ਦੁਆਲੇ ਰਹਿਣਾ ਪਸੰਦ ਨਹੀਂ ਕਰਦੀ। ਰੇਨੀ ਉਸਨੂੰ ਗੁੱਸੇ ਵਿੱਚ ਬੋਲਦੀ ਰਹਿੰਦੀ ਹੈ, ਜਿਸ ਕਰਕੇ ਮਾਈਕਲ ਹੋਰ ਪੀਣ ਅਤੇ ਬੂਟੀ ਲੈਣ ਲਈ ਆਪਣੇ ਆਪ ਉੱਥੋਂ ਚਲਾ ਜਾਂਦਾ ਹੈ। ਉਸਦੇ ਬਾਹਰ ਜਾਣ ਤੋਂ ਬਾਅਦ ਰੇਨੀ ਮਾਈਕਲ ਦੀ ਸ਼ਰਾਬ ਪੀਣ ਦੀ ਸਮੱਸਿਆ ਤੋਂ ਆਪਣੀ ਨਿਰਾਸ਼ਾ ਜ਼ਾਹਰ ਕਰਦੀ ਹੈ। ਉਹ ਜ਼ਿਕਰ ਕਰਦੀ ਹੈ ਕਿ ਜਦੋਂ ਵੀ ਉਹ ਪਾਰਟੀ ਵਿੱਚ ਜਾਂਦੇ ਹਨ, ਉਹ ਹਮੇਸ਼ਾ ਪੀ ਕੇ ਟੱਲੀ ਹੋ ਜਾਂਦਾ ਹੈ ਅਤੇ ਉਸਨੂੰ ਮਾਈਕਲ ਦੀ ਦੇਖਭਾਲ ਕਰਨੀ ਪੈਂਦੀ ਹੈ। ਪਹਿਲਾਂ ਉਹ ਬਹੁਤ ਦਿਆਲੂ ਸੀ ਅਤੇ ਸਮਝਦਾ ਸੀ, ਪਰ ਹੁਣ ਉਹ ਬਦਲ ਗਿਆ ਹੈ। ਹਾਲਾਂਕਿ ਇਆਨ, ਜੋ ਕਿ ਕਮਰੇ ਵਿੱਚ ਮੌਜੂਦ ਹੈ, ਬਚਾਅ ਲਈ ਆਉਂਦਾ ਹੈ ਅਤੇ ਆਪਣੇ ਦੋਸਤ ਦੇ ਵਿਵਹਾਰ ਲਈ ਸਪਸ਼ਟੀਕਰਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸਿਰਫ ਰੇਨੀ ਦੇ ਗੁੱਸੇ ਨੂੰ ਵਧਾ ਦਿੰਦਾ ਹੈ, ਕਿਉਂਕਿ ਉਹ ਲਗਾਤਾਰ ਸਾਰਿਆਂ ਦੀ ਦੇਖਭਾਲ ਕਰਨ ਤੋਂ ਅੱਕ ਚੁੱਕੀ ਹੈ। ਉਦੋਂ ਹੀ ਸਾਰਿਆਂ ਨੂੰ ਬਾਹਰੋਂ ਉੱਚੀ ਆਵਾਜ਼ ਸੁਣਾਈ ਦਿੰਦੀ ਹੈ। ਹੋ ਸਕਦਾ ਹੈ ਮਾਈਕਲ ਗਿਰ ਗਿਆ ਅਤੇ ਆਪਣੇ ਆਪ ਨੂੰ ਸੱਟ ਮਾਰੀ। ਰੇਨੀ ਨੇ ਉਸ ਦੀ ਜਾਂਚ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਕਿਸੇ ਕਾਰਨ ਕਰਕੇ ਉਹ ਸਟੀਮ ਬਾਥ ਵਾਲੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ ਪਾਉਂਦੀ। ਉਲਝਣ ਵਿੱਚ ਇਆਨ ਵੀ ਇਸ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਸਫਲ ਨਹੀਂ ਹੋ ਪਾਉਂਦਾ। ਜੇਨਾ ਘਬਰਾ ਕੇ ਉੱਚੀ ਚੀਕਣਾ ਸ਼ੁਰੂ ਕਰ ਦਿੰਦੀ ਹੈ। ਇਸ ਗੱਲ ਤੋਂ ਡਰਦੀ ਹੈ ਕਿ ਕੁਝ ਬੁਰਾ ਹੋਇਆ ਹੈ। ਰੇਨੀ ਜਲਦੀ ਹੀ ਉਸ ਨੂੰ ਸ਼ਾਂਤ ਕਰਦੀ ਹੈ ਅਤੇ ਪੁੱਛਦੀ ਹੈ ਕਿ ਕੀ ਉਸਨੇ ਆਪਣੀ ਦਵਾਈ ਲਈ ਹੈ, ਪਰ ਜੇਨਾ ਦੱਸਦੀ ਹੈ ਕਿ ਉਸਨੇ ਆਪਣੀਆਂ ਗੋਲੀਆਂ ਨਹੀਂ ਲਈਆਂ, ਕਿਉਂਕਿ ਉਹ ਉਹਨਾਂ ਤੋਂ ਬਿਨਾਂ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਜਲਦੀ ਹੀ ਹਰ ਕੋਈ ਹਤਾਸ਼ ਹੋਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਛੋਟੇ ਕੱਚ ਦੀ ਖਿੜਕੀ ਦੁਆਰਾ ਮਾਈਕਲ ਲਈ ਚੀਕਦੇ ਹਨ। ਹਾਲਾਂਕਿ ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਇਆਨ ਨੂੰ ਯਕੀਨੀ ਹੈ ਕਿ ਮਾਈਕਲ ਉਹਨਾਂ ਨਾਲ ਮਜ਼ਾਕ ਕਰ ਰਿਹਾ ਹੈ ਅਤੇ ਉਹ ਆਖਰਕਾਰ ਇਹ ਮਜ਼ਾਕ ਬੰਦ ਕਰ ਦੇਵੇਗਾ। ਹਾਲਾਂਕਿ ਜੇਨਾ ਦੱਸਦੀ ਹੈ ਕਿ ਵੇਡ ਨੇ ਉਸਨੂੰ ਬੂਟੀ ਦਿੱਤੀ ਸੀ, ਇਸ ਲਈ ਭਾਵੇਂ ਇਹ ਇੱਕ ਮਜ਼ਾਕ ਹੈ, ਮਾਈਕਲ ਭੁੱਲ ਜਾਵੇਗਾ ਕਿ ਉਸਨੇ ਉਹਨਾਂ ਨੂੰ ਸਟੀਮ ਬਾਥ ਵਾਲੇ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਹੈ। ਰੇਨੀ ਲਈ ਉਹ ਪੂਰੀ ਤਰ੍ਹਾਂ ਨਿਰਪੱਖ ਰਹਿੰਦੀ ਹੈ। ਤਿੰਨਾਂ ਦੇ ਆਪਣੇ ਛੋਟੇ ਜਿਹੇ ਝਗੜੇ ਤੋਂ ਬਾਅਦ ਇਆਨ ਸ਼ੀਸ਼ੇ ਦੀ ਖਿੜਕੀ ਵਿੱਚੋਂ ਦੇਖਦਾ ਹੈ ਅਤੇ ਨੋਟ ਕਰਦਾ ਹੈ ਕਿ ਕੋਈ ਦਰਵਾਜ਼ਾ ਬੰਦ ਕਰ ਰਿਹਾ ਹੈ। ਰੇਨੀ ਖਿੜਕੀ ਨੂੰ ਤੋੜਨ ਦਾ ਸੁਝਾਅ ਦਿੰਦੀ ਹੈ, ਪਰ ਇਆਨ ਚਾਚੇ ਦੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ।
ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਹ ਕੋਈ ਹੋਰ ਰਸਤਾ ਲੱਭ ਲੈਣਗੇ ਅਤੇ ਉਹਨਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹਨਾਂ ਕੋਲ ਕਾਫੀ ਹਵਾ ਦੀ ਸਪਲਾਈ ਹੈ। ਉਹ ਅੱਗੇ ਜ਼ੋਰ ਦਿੰਦਾ ਹੈ ਕਿ ਉਹਨਾਂ ਦੀ ਮੁੱਖ ਚਿੰਤਾ ਵੱਧਦੀ ਗਰਮੀ ਹੋਣੀ ਚਾਹੀਦੀ ਹੈ। ਜੇਨਾ ਫਿਰ ਥਰਮਾਮੀਟਰ ਦੇ ਪਿੱਛੇ ਕੁਝ ਦੇਖਦੀ ਹੈ ਅਤੇ ਇਆਨ ਦੱਸਦਾ ਹੈ ਕਿ ਇਹ ਇੱਕ ਥਰਮੋਸਟੈਟ ਹੈ। ਹਾਲਾਂਕਿ ਉਹ ਸਾਰੇ ਗਰਮੀ ਨੂੰ ਬੰਦ ਨਹੀਂ ਕਰ ਸਕਦੇ ਕਿਉਂਕਿ ਨਿਯੰਤਰਣ ਕਮਰੇ ਦੇ ਬਾਹਰ ਸਥਿਤ ਹਨ। ਤਾਪਮਾਨ ਬਾਹਰੋਂ ਹੀ ਬਦਲਿਆ ਜਾ ਸਕਦਾ ਹੈ ਅਤੇ ਥਰਮੋਸਟੈਟ ਹੀਟਰ ਨੂੰ ਉਦੋਂ ਹੀ ਬੰਦ ਕਰਨ ਦਾ ਸੰਕੇਤ ਦਿੰਦਾ ਹੈ ਜਦੋਂ ਉਹ ਲੋੜੀਂਦਾ ਤਾਪਮਾਨ ਤੇ ਪਹੁੰਚ ਜਾਵੇ। ਇਸ ਲਈ ਇਆਨ ਕੁੜੀਆਂ ਨੂੰ ਥਰਮੋਸਟੈਟ ਨਾਲ ਗੜਬੜ ਨਾ ਕਰਨ ਦੀ ਸਲਾਹ ਦਿੰਦਾ ਹੈ। ਅਗਲੇ ਸੀਨ ਵਿੱਚ ਗੈਸ ਦੀ ਅਚਾਨਕ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਆਨ ਨੂੰ ਚਿੰਤਾ ਹੁੰਦੀ ਹੈ ਕਿ ਤਾਪਮਾਨ ਕਮਰੇ ਵਿੱਚ ਹੌਲੀ-ਹੌਲੀ ਵਧ ਰਿਹਾ ਹੈ। ਰੇਨੀ ਘਬਰਾ ਜਾਂਦੀ ਹੈ ਅਤੇ ਉਹ ਇੱਕ ਲੱਕੜੀ ਫੜਦੀ ਹੈ ਅਤੇ ਸ਼ੀਸ਼ੇ ਦੀ ਖਿੜਕੀ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਪਰ ਸਫਲਤਾ ਨਹੀਂ ਮਿਲਦੀ। ਰੇਨੀ ਨੂੰ ਪਰੇਸ਼ਾਨ ਬੈਠਾ ਦੇਖ ਕੇ ਇਆਨ ਆਖਰਕਾਰ ਆਪ ਖਿੜਕੀ ਨੂੰ ਤੋੜਨ ਦਾ ਫੈਸਲਾ ਕਰਦਾ ਹੈ। ਉਹ ਹੀਟਰ 'ਚੋਂ ਬਲਦੀ ਹੋਈ ਚੱਟਾਨ ਨੂੰ ਬਾਹਰ ਕੱਢਣ ਲਈ ਤੌਲੀਏ ਅਤੇ ਕੜਛੀ ਦੀ ਵਰਤੋਂ ਕਰਦਾ ਹੈ। ਫਿਰ ਉਹ ਇਸ ਨੂੰ ਫੜਨ ਤੋਂ ਪਹਿਲਾਂ ਠੰਡਾ ਕਰਨ ਲਈ ਵਾਰ-ਵਾਰ ਇਸ ਨੂੰ ਪਾਣੀ ਵਿੱਚ ਡੰਪ ਕਰਦਾ ਹੈ। ਇਸ ਨਾਲ ਖਿੜਕੀ ਨੂੰ ਮਾਰਦਾ ਹੈ ਪਰ ਸ਼ੀਸ਼ਾ ਨਹੀਂ ਟੁੱਟਦਾ ਅਤੇ ਜਲਦੀ ਹੀ ਉਸ ਦੇ ਹੱਥੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਉਹ ਉਮੀਦ ਨਹੀਂ ਗਵਾਉਂਦਾ ਅਤੇ ਜੋ ਕੁਝ ਵੀ ਉਸ ਕੋਲ ਹੈ ਉਸ ਨਾਲ ਕੋਸ਼ਿਸ਼ ਕਰਦਾ ਰਹਿੰਦਾ ਹੈ। ਅੰਤ ਵਿੱਚ ਇਆਨ ਦੀ ਸਖਤ ਮਿਹਨਤ ਰੰਗ ਲਿਆਂਦੀ ਹੈ ਕਿਉਂਕਿ ਕੱਚ ਅੰਤ ਵਿੱਚ ਚਕਨਾਚੂਰ ਹੋ ਜਾਂਦਾ ਹੈ ਜਿਸ ਨਾਲ ਕੁਝ ਤਾਜ਼ੀ ਹਵਾ ਕਮਰੇ ਅੰਦਰ ਆ ਜਾਂਦੀ ਹੈ। ਉਹ ਦੁਬਾਰਾ ਖਿੜਕੀ ਰਾਹੀਂ ਮਾਈਕਲ ਨੂੰ ਬੁਲਾਉਂਦੇ ਹਨ ਪਰ ਫਿਰ ਵੀ ਕੋਈ ਜਵਾਬ ਨਹੀਂ ਮਿਲਦਾ। ਇਆਨ ਫਿਰ ਖਿੜਕੀ ਵਿੱਚੋਂ ਇੱਕ ਨਜ਼ਰ ਮਾਰਦਾ ਹੈ ਅਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਾਈਕਲ ਨੇ ਉਹਨਾਂ ਨੂੰ ਅੰਦਰ ਲਾਕ ਨਹੀਂ ਕੀਤਾ। ਦਰਵਾਜ਼ੇ ਦੀ ਨੋਕ ਅਤੇ ਉੱਚੇ ਹੋਏ ਪਲੇਟਫਾਰਮ ਦੇ ਵਿਚਕਾਰ ਇੱਕ ਪੌੜੀ ਫਸੀ ਹੋਈ ਹੈ। ਫਿਰ ਕੁੜੀਆਂ ਨੇ ਰਾਤ ਦਾ ਸਾਹ ਲਿਆ ਕਿਉਂਕਿ ਕਮਰਾ ਕਾਫੀ ਠੰਡਾ ਹੋ ਜਾਂਦਾ ਹੈ। ਹਾਲਾਂਕਿ ਇਆਨ ਦੱਸਦਾ ਹੈ ਕਿ ਹੀਟਰ ਵਾਪਸ ਚਾਲੂ ਹੋਣ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਪਹਿਲਾ ਕਮਰੇ ਦਾ ਤਾਪਮਾਨ 185 ਡਿਗਰੀ ਸੈੱਟ ਕੀਤਾ ਸੀ ਕਿਉਂਕਿ ਹੁਣ ਵਿੰਡੋ ਟੁੱਟ ਗਈ ਹੈ। ਸਟੀਮ ਬਾਥ ਵਾਲਾ ਕਮਰਾ ਕਦੇ ਵੀ ਉਸ ਤਾਪਮਾਨ ਤੇ ਨਹੀਂ ਪਹੁੰਚੇਗਾ ਅਤੇ ਹੀਟਰ ਚਾਲੂ ਰਹੇਗਾ। ਇਸ ਲਈ ਉਹ ਇੱਕ ਹੱਲ ਦੇ ਨਾਲ ਆਉਂਦਾ ਹੈ। ਉਸਨੇ ਇੱਕ ਤੌਲੀਏ ਨਾਲ ਚੱਟਾਨ ਨੂੰ ਲਪੇਟਣ ਦਾ ਅਤੇ ਇਸ ਨੂੰ ਵਰਤ ਕੇ ਪੌੜੀ ਨੂੰ ਹਟਾਉਣ ਲਈ ਪ੍ਰਸਤਾਵ ਦਿੱਤਾ। ਪਰ ਆਪਣੀ ਸਾਰੀ ਮੁਹਾਰਤ ਅਤੇ ਦ੍ਰਿੜ ਇਰਾਦੇ ਦੇ ਬਾਵਜੂਦ ਉਹ ਅਸਫਲ ਹੋ ਜਾਂਦਾ ਹੈ। ਸਮਾਂ ਬੀਤਣ ਦੇ ਨਾਲ ਰੇਨੀ ਸੁਝਾਅ ਦਿੰਦੀ ਹੈ ਕਿ ਉਹਨਾਂ ਨੂੰ ਗਰਮੀ ਨੂੰ ਖਤਮ ਕਰਨ ਲਈ ਥਰਮੋਸਟੇਟ ਨੂੰ ਤੋੜਨਾ ਚਾਹੀਦਾ ਹੈ ਪਰ ਇਆਨ ਨੇ ਦਖਲ ਦਿੱਤਾ, ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਕੋਸ਼ਿਸ਼ ਸਫਲ ਹੋ ਜਾਂਦੀ ਹੈ ਤਾਂ ਕਮਰੇ ਦੇ ਅੰਦਰ ਦਾ ਤਾਪਮਾਨ 250 ਡਿਗਰੀ ਤੱਕ ਹੋ ਸਕਦਾ ਹੈ ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਜੇਨਾ ਅਤੇ ਰੇਨੀ ਵਿਚਕਾਰ ਬਹਿਸ ਦਾ ਕਾਰਨ ਬਣਦਾ ਹੈ ਅਤੇ ਬਹਿਸ ਕਰਕੇ ਕੁੜੀਆਂ ਆਪਣੀ ਬਾਕੀ ਊਰਜਾ ਨੂੰ ਖਤਮ ਕਰ ਰਹੀਆਂ ਹਨ। ਇਆਨ ਇੱਕ ਨਵਾਂ ਵਿਚਾਰ ਲੈ ਕੇ ਆਉਂਦਾ ਹੈ। ਉਹ ਕਮਰੇ ਵਿੱਚ ਇੱਕ ਲਾਈਟ ਦਾ ਫਿਊਜ਼ ਉਡਾਉਣ ਦਾ ਸੁਝਾਅ ਦਿੰਦਾ ਹੈ ਇਸ ਉਮੀਦ ਵਿੱਚ ਕਿ ਇਹ ਕੈਬਿਨ ਦੀ ਪਾਵਰ ਬੰਦ ਕਰ ਦੇਵੇਗਾ। ਹਾਲਾਂਕਿ ਇੱਕ ਖਤਰਨਾਕ ਯੋਜਨਾ ਹੈ ਪਰ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ। ਇਸ ਲਈ ਕੁਝ ਸੋਚਣ ਤੋਂ ਬਾਅਦ ਇਆਨ ਲਾਈਟ ਬਲਬ ਨੂੰ ਹਟਾ ਦਿੰਦਾ ਹੈ ਅਤੇ ਸੌਕੇਟ ਨੂੰ ਜ਼ਬਰਦਸਤੀ ਜਾਮ ਕਰਨ ਲਈ ਇੱਕ ਗਿੱਲੇ ਤੌਲੀਏ ਦੀ ਵਰਤੋਂ ਕਰਦਾ ਹੈ। ਉਸ ਦਾ ਉਦੇਸ਼ ਫਿਊਜ਼ ਨੂੰ ਉਡਾਉਣ ਅਤੇ ਸ਼ਾਰਟ ਸਰਕਟ ਕਰਨਾ ਹੈ। ਬਦਕਿਸਮਤੀ ਨਾਲ ਯੋਜਨਾ ਗਲਤ ਹੋ ਜਾਂਦੀ ਹੈ ਅਤੇ ਇਆਨ ਨੂੰ ਬਿਜਲੀ ਦਾ ਕਰੰਟ ਲੱਗ ਜਾਂਦਾ ਹੈ। ਜਿਵੇਂ ਹੀ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗਦਾ ਹੈ ਕੁੜੀਆਂ ਉਸ ਦੀ ਮਦਦ ਕਰਨ ਲਈ ਦੌੜਦੀਆਂ ਹਨ। ਪਰ ਹੁਣ ਕਮਰੇ ਦੀ ਲਾਈਟ ਖਤਮ ਹੋਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਇਹ ਦ੍ਰਿਸ਼ ਫਿਰ ਤਿਉਹਾਰ ਵਾਲੀ ਥਾਂ ਦੇ ਨੇੜੇ ਜ਼ਮੀਨ ਤੇ ਕੱਟਦਾ ਹੈ। ਉੱਥੇ ਵੇਡ ਆਪਣੇ ਕੁੱਤੇ ਨੂੰ ਖੇਡਣ ਦਿੰਦਾ ਹੈ ਜਦੋਂ ਉਹ ਆਤਿਸ਼ਬਾਜ਼ੀ ਲਗਾਉਣ ਦੀ ਤਿਆਰੀ ਕਰਦਾ ਹੈ। ਕਈ ਘੰਟੇ ਲੰਘਦੇ ਹਨ ਅਤੇ ਇਆਨ ਅਤੇ ਹੋਰਾਂ ਦੀ ਹਾਲਤ ਵਿਗੜਦੀ ਰਹਿੰਦੀ ਹੈ। ਹਾਲਾਂਕਿ ਅਚਾਨਕ ਉਹ ਵੇਡ ਦੇ ਕੁੱਤੇ ਦੀ ਭੌਂਕ ਸੁਣਦੇ ਹਨ। ਉਹ ਦੁਬਾਰਾ ਅਸਵੰਦ ਹੋ ਜਾਂਦੇ ਹਨ ਅਤੇ ਉਹ ਚੀਕਣਾ ਸ਼ੁਰੂ ਕਰ ਦਿੰਦੇ ਹਨ। ਕੁੱਤਾ ਉਹਨਾਂ ਦੀਆਂ ਚੀਕਾਂ ਸੁਣਦਾ ਹੈ ਅਤੇ ਜਾਣਦਾ ਹੈ ਕਿ ਉਹ ਮੁਸੀਬਤ ਵਿੱਚ ਹਨ। ਉਸੇ ਵਕਤ ਮਾਈਕਲ ਵੀ ਪਹੁੰਚਦਾ ਹੈ ਅਤੇ ਬੇਚੈਨ ਕੁੱਤੇ ਨੂੰ ਨੋਟਿਸ ਕਰਦਾ ਹੈ। ਜਦੋਂ ਰੇਨੀ ਅਤੇ ਹੋਰਾਂ ਨੇ ਮਾਈਕਲ ਦੀ ਆਵਾਜ਼ ਸੁਣੀ ਉਹ ਉੱਚੀ ਚੀਕਣਾ ਸ਼ੁਰੂ ਕਰ ਦਿੰਦੇ ਹਨ ਪਰ ਉਦੋਂ ਹੀ ਵੇਡ ਨੇ ਉਹਨਾਂ ਸਾਰਿਆਂ ਦੀ ਚੀਕ ਨੂੰ ਰੋਕਦੇ ਹੋਏ ਆਤਿਸ਼ਬਾਜ਼ੀ ਸ਼ੁਰੂ ਕਰ ਦਿੱਤੀ। ਕੁੱਤਾ ਫਿਰ ਵੇਡ ਵੱਲ ਦੌੜਦਾ ਹੈ ਅਤੇ ਉਸ ਨੂੰ ਵਾਪਸ ਕੈਬਿਨ ਵੱਲ ਲੈ ਜਾਂਦਾ ਹੈ। ਰਸਤੇ ਵਿੱਚ ਉਹਨਾਂ ਦਾ ਸਾਹਮਣਾ ਮਾਈਕਲ ਨਾਲ ਹੁੰਦਾ ਹੈ ਅਤੇ ਇਹ ਖੁਲਾਸਾ ਹੁੰਦਾ ਹੈ ਕਿ ਜੰਗਲੀ ਬੂਟੀ ਦੇ ਕਾਰਨ ਉਹ ਪਹਿਲਾਂ ਸੋਫੇ ਤੇ ਬੇਹੋਸ਼ ਹੋ ਗਿਆ ਸੀ। ਫਿਰ ਉਸ ਨੂੰ ਇੰਜ ਲੱਗਿਆ ਕਿ ਉਸਦੇ ਦੋਸਤ ਉਸਦੇ ਬਿਨਾਂ ਪਹਿਲਾਂ ਹੀ ਤਿਉਹਾਰ ਤੇ ਚਲੇ ਗਏ ਹਨ। ਮਾਈਕਲ ਕਹਿੰਦਾ ਹੈ ਕਿ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਹੀ ਉਹ ਜਾਗਿਆ। ਵੇਡ ਪੁੱਛਦਾ ਹੈ ਕਿ ਕੀ ਉਹ ਤਿਉਹਾਰ ਤੇ ਆ ਰਿਹਾ ਹੈ ਪਰ ਮਾਈਕਲ ਦੱਸਦਾ ਹੈ ਕਿ ਉਹ ਪਹਿਲਾਂ ਇੱਕ ਵਾਰ ਗਿਆ ਸੀ ਪਰ ਉਸ ਕੋਲ ਟਿਕਟ ਨਾ ਹੋਣ ਕਰਕੇ ਵਾਪਸ ਚਲਾ ਆਇਆ ਸੀ। ਇਹ ਸੁਣ ਕੇ ਵੇਡ ਨੂੰ ਬਹੁਤ ਬੁਰਾ ਲੱਗਦਾ ਹੈ ਅਤੇ ਇਸ ਲਈ ਉਹ ਮਾਈਕਲ ਨੂੰ ਕੁਝ ਹੋਰ ਬੂਟੀ ਲਈ ਆਪਣੇ ਘਰ ਬੁਲਾ ਲੈਂਦਾ ਹੈ। ਦੂਜੇ ਪਾਸੇ ਰੇਨੀ ਅਤੇ ਹੋਰਾਂ ਦਾ ਸਬਰ ਦਾ ਬੰਨ ਟੁੱਟ ਜਾਂਦਾ ਹੈ ਅਤੇ ਉਹਨਾਂ ਦੀ ਬੇਚੈਨੀ ਵੱਧਦੀ ਜਾਂਦੀ ਹੈ। ਨਿਰਾਸ਼ਾ ਦੀ ਸਥਿਤੀ ਵਿੱਚ ਰੇਨੀ ਇੱਕ ਚੱਟਾਨ ਨਾਲ ਥਰਮੋਸਟੇਟ ਨੂੰ ਤੋੜਨ ਦੀ ਤਿਆਰੀ ਕਰਦੀ ਹੈ ਪਰ ਜੇਨਾ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੰਘਰਸ਼ ਦੌਰਾਨ ਜੇਨਾ ਨੇ ਗਲਤੀ ਨਾਲ ਰੇਨੀ ਦੇ ਸਿਰ ਤੇ ਚੱਟਾਨ ਨਾਲ ਵਾਰ ਕੀਤਾ ਜਿਸ ਨਾਲ ਉਹ ਬੇਹੋਸ਼ ਹੋ ਗਈ। ਜੇਨਾ ਤੁਰੰਤ ਪਛਤਾਵੇ ਨਾਲ ਹਾਵੀ ਹੋ ਜਾਂਦੀ ਹੈ ਅਤੇ ਉਹ ਇਹ ਦੱਸਦੇ ਹੋਏ ਰੋਦੀ ਹੈ ਕਿ ਉਸ ਦਾ ਆਪਣੇ ਦੋਸਤ ਨੂੰ ਮਾਰਨ ਦਾ ਮਕਸਦ ਨਹੀਂ ਸੀ। ਜਵਾਬ ਵਿੱਚ ਇਆਨ ਬੇਹੋਸ਼ ਕੁੜੀ ਨੂੰ ਹੀਟਰ ਤੋਂ ਦੂਰ ਲੈ ਜਾਂਦਾ ਹੈ ਅਤੇ ਜੇਨਾ ਨੂੰ ਭਰੋਸਾ ਦਿਵਾਉਂਦਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ। ਹਾਲਾਂਕਿ ਜੇਨਾ ਹਿਲ ਗਈ ਹੈ ਅਤੇ ਉਹ ਆਪਣੇ ਆਪ ਨੂੰ ਸਮਝਾਉਣਾ ਜਾਰੀ ਰੱਖਦੀ ਹੈ ਇਹ ਕਹਿੰਦੇ ਹੋਏ ਕਿ ਉਹ ਸਿਰਫ ਰੇਨੀ ਨੂੰ ਥਰਮੋਸਟੇਟ ਤਬਾਹ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਇਆਨ ਨੇ ਪਹਿਲਾਂ ਕਿਹਾ ਸੀ ਕਿ ਇਹ ਉਹਨਾਂ ਦੀ ਮੌਤ ਦਾ ਨਤੀਜਾ ਹੋਵੇਗਾ। ਪਰ ਜਦੋਂ ਉਹ ਪੁੱਛਦਾ ਹੈ ਕਿ ਉਹ ਇਸ ਬਾਰੇ ਕਿਵੇਂ ਜਾਣਦਾ ਹੈ, ਹੈਰਾਨੀ ਦੀ ਗੱਲ ਹੈ ਕਿ ਇਆਨ ਕਹਿੰਦਾ ਹੈ ਕਿ ਉਹ ਸਿਰਫ ਅੰਦਾਜ਼ਾ ਲਗਾ ਰਿਹਾ ਸੀ। ਜੇਨਾ ਹੈਰਾਨ ਰਹਿ ਗਈ ਅਤੇ ਗੁੱਸੇ ਵਿੱਚ ਉਸਨੇ ਥਰਮੋਸਟੇਟ ਨੂੰ ਖੁਦ ਤੋੜ ਦਿੱਤਾ। ਉਹਨਾਂ ਦਾ ਸਭ ਤੋਂ ਭੈੜਾ ਡਰ ਸੱਚ ਹੋ ਜਾਂਦਾ ਹੈ ਅਤੇ ਹੀਟਰ ਅਚਾਨਕ ਚਾਲੂ ਹੋ ਜਾਂਦਾ ਹੈ। ਜਿਵੇਂ ਤਾਪਮਾਨ ਵੱਧਦਾ ਜਾ ਰਿਹਾ ਹੈ ਇਆਨ ਦੀ ਨਿਰਾਸ਼ਾ ਅਤੇ ਘਬਰਾਹਟ ਦੀ ਭਾਵਨਾ ਤੇਜ਼ ਹੋ ਜਾਂਦੀ ਹੈ।
ਇੱਕ ਹਤਾਸ਼ ਕੋਸ਼ਿਸ਼ ਵਿੱਚ ਉਹ ਆਪਣੇ ਹੱਥਾਂ ਨਾਲ ਹੀਟਰ ਨੂੰ ਨਸ਼ਟ ਕਰਨ ਦਾ ਫੈਸਲਾ ਕਰਦਾ ਹੈ। ਬਦਕਿਸਮਤੀ ਨਾਲ ਇਹ ਇੱਕ ਬਹੁਤ ਹੀ ਮਾੜਾ ਵਿਚਾਰ ਬਣ ਜਾਂਦਾ ਹੈ ਕਿਉਂਕਿ ਉਹ ਸੜ ਕੇ ਮਰ ਜਾਂਦਾ ਹੈ। ਹੀਟਰ ਬਾਅਦ ਵਿੱਚ ਵਿਸਫੋਟ ਹੋ ਜਾਂਦਾ ਹੈ, ਪਰ ਜੇਨਾ ਸਮੇਂ ਸਿਰ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਹੁੰਦੀ ਹੈ ਅਤੇ ਬਚ ਜਾਂਦੀ ਹੈ। ਖਤਰਨਾਕ ਸਥਿਤੀ ਤੋਂ ਬਚਣ ਤੋਂ ਬਾਅਦ ਜੇਨਾ ਬਾਹਰ ਨਿਕਲਦੀ ਹੈ ਅਤੇ ਆਪਣੇ ਆਪ ਨੂੰ ਹਾਈਡਰੇਟ ਕਰਦੀ ਹੈ। ਉਹ ਫਿਰ ਆਪਣੀ ਦਵਾਈ ਲੈਣ ਲਈ ਆਪਣੇ ਕਮਰੇ ਵਿੱਚ ਜਾਂਦੀ ਹੈ, ਪਰ ਕੁਝ ਠੀਕ ਨਹੀਂ ਲੱਗਦਾ। ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਅਜੇ ਵੀ ਸਟੀਮ ਬਾਥ ਵਾਲੇ ਕਮਰੇ ਵਿੱਚ ਹੈ, ਪਰ ਉਹ ਸਿਰਫ ਭੁਲੇਖਾ ਪਾ ਰਹੀ ਸੀ। ਇਸ ਦੌਰਾਨ ਮਾਈਕਲ ਵੇਡ ਨਾਲ ਸਿਗਰਟ ਪੀਣ ਤੋਂ ਬਾਅਦ ਕੈਬਿਨ ਵਿੱਚ ਵਾਪਸ ਆ ਜਾਂਦਾ ਹੈ। ਜਦੋਂ ਉਹ ਕਿਸੇ ਨੂੰ ਨਹੀਂ ਦੇਖਦਾ, ਉਹ ਕੁਝ ਹੋਰ ਸਿਗਰਟ ਪੀਂਦਾ ਹੈ ਅਤੇ ਸੋਫੇ ਤੇ ਸੌਂ ਜਾਂਦਾ ਹੈ। ਜੇਨਾ, ਰੇਨੀ ਅਤੇ ਮਰਿਆ ਹੋਇਆ ਇਆਨ ਅਜੇ ਵੀ ਸਟੀਮ ਬਾਥ ਵਾਲੇ ਕਮਰੇ ਵਿੱਚ ਹਨ। ਜਲਦੀ ਹੀ ਰੇਨੀ ਨੂੰ ਹੋਸ਼ ਆ ਜਾਂਦਾ ਹੈ ਅਤੇ ਗੈਸ ਲੀਕ ਹੋਣ ਕਾਰਨ ਜੇਨਾ ਉਸ ਨੂੰ ਸਾਹ ਲੈਣ ਵਿੱਚ ਮਦਦ ਕਰਨ ਲਈ ਖਿੜਕੀ ਤੱਕ ਲੈ ਜਾਂਦੀ ਹੈ। ਰੇਨੀ ਨੂੰ ਖਿੜਕੀ ਦੇ ਨੇੜੇ ਖੜੀ ਰੱਖਣ ਲਈ ਜੇਨਾ 2 ਤੌਲੀਏ ਇਕੱਠੇ ਬੰਨ੍ਹਦੀ ਹੈ ਅਤੇ ਉਹਨਾਂ ਨੂੰ ਬੀਮ ਨਾਲ ਬੰਨ੍ਹਦੀ ਹੈ। ਫਿਰ ਉਹ ਗੈਸ ਲੀਕ ਦਾ ਸਰੋਤ ਲੱਭਦੀ ਹੈ ਅਤੇ ਬੇਹੋਸ਼ ਹੋਣ ਤੋਂ ਪਹਿਲਾਂ ਇਸ ਨੂੰ ਲੱਕੜੀ ਨਾਲ ਢੱਕ ਦਿੰਦੀ ਹੈ। ਇਸ ਤੋਂ ਬਾਅਦ ਸਾਨੂੰ ਇੱਕ ਫਲੈਸ਼ਬੈਕ ਤੇ ਲਿਜਾਇਆ ਜਾਂਦਾ ਹੈ ਜੋ ਦੱਸਦਾ ਹੈ ਕਿ ਸਮੱਸਿਆ ਕਿਵੇਂ ਆਈ। ਇਹ ਪਤਾ ਚੱਲਦਾ ਹੈ ਕਿ ਮਾਈਕਲ ਅਣਜਾਣੇ ਵਿੱਚ ਕੁਝ ਚੀਜ਼ਾਂ ਨੂੰ ਗਿਰਾਉਂਦਾ ਹੋਇਆ ਪਹਿਲਾਂ ਸਟੀਮ ਬਾਥ ਵਾਲੇ ਕਮਰੇ ਦੇ ਬਾਹਰ ਡਿੱਗ ਗਿਆ ਸੀ। ਨਸ਼ੇ ਦੀ ਹਾਲਤ ਵਿੱਚ ਹੋਣ ਕਰਕੇ ਉਸਨੇ ਸਫਾਈ ਨਹੀਂ ਕੀਤੀ ਅਤੇ ਪੌੜੀ ਨੂੰ ਦਰਵਾਜ਼ੇ ਦੇ ਸਾਹਮਣੇ ਰੱਖ ਕੇ ਚਲਾ ਗਿਆ। ਬਾਅਦ ਵਿੱਚ ਜਦੋਂ ਰੇਨੀ ਨੇ ਸਟੀਮ ਬਾਥ ਵਾਲੇ ਕਮਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਦਰਵਾਜ਼ਾ ਅਤੇ ਉੱਚੀ ਮੰਜ਼ਿਲ ਵਿਚਕਾਰ ਪਾੜਾ ਬਣ ਗਿਆ। ਵਰਤਮਾਨ ਵਿੱਚ ਵੇਡ ਵਾਪਸ ਆਉਂਦਾ ਹੈ ਅਤੇ ਖਿੜਕੀ ਵਿੱਚੋਂ ਰੇਨੀ ਨੂੰ ਸਟੀਮ ਬਾਥ ਵਾਲੇ ਕਮਰੇ ਵਿੱਚ ਫਸੇ ਹੋਏ ਦੇਖਦਾ ਹੈ। ਉਹ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕਰਦਾ ਹੈ, ਪੁਲਿਸ ਅਤੇ ਪੈਰਾਮੈਡਿਕਸ ਦੋਵਾਂ ਨੂੰ ਸੂਚਨਾ ਦਿੰਦਾ ਹੈ। ਆਖਰਕਾਰ ਸਾਰਿਆਂ ਨੂੰ ਬਚਾ ਲਿਆ ਜਾਂਦਾ ਹੈ। ਮਾਈਕਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਪਛਤਾਵੇ ਦੇ ਹੰਝੂਆਂ ਵਿੱਚ ਟੁੱਟ ਜਾਂਦਾ ਹੈ। ਐਂਬੂਲੈਂਸ ਦੇ ਅੰਦਰ ਰੇਨੀ ਜੇਨਾ ਦਾ ਹੱਥ ਫੜਨ ਲਈ ਪਹੁੰਚਦੀ ਹੈ, ਤਸੱਲੀ ਅਤੇ ਸਹਾਇਤਾ ਦੀ ਮੰਗ ਕਰਦੀ ਹੈ ਤੇ ਇਸ ਨਾਲ ਫਿਲਮ ਖਤਮ ਹੁੰਦੀ ਹੈ। ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਨੋਟੀਫਿਕੇਸ਼ਨ ਔਨ ਕਰੋ ਅਤੇ ਵੀਡੀਓ ਨੂੰ ਲਾਈਕ, ਕਮੈਂਟ ਕਰੋ। ਦੇਖਣ ਲਈ ਧੰਨਵਾਦ।